ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਬਹੁਤ ਮਹੱਤਵਪੂਰਨ ਇੱਕ ਪ੍ਰੋਗਰਾਮ ਕਰਾਂਗੇ। ਕੈਨੇਡਾ ਦੇ ਵਿੱਚ ਪੀਟੀਈ ਨਾਲ ਸਟੂਡੈਂਟਸ ਦਾ ਫਿਊਚਰ ਕੀ ਰਹਿਣ ਵਾਲਾ ਹੈ। ਪੀਟੀਈ ਦੇ ਉੱਤੇ ਪਿਛਲੇ ਸਮੇਂ 'ਚ ਨੌਨ ਐਸਡੀਐਸ ਕੈਟਾਗਰੀ ਦੇ ਵਿੱਚ ਰਿਜ਼ਲਟਸ ਆਏ ਨੇ, ਪਰ ਸੈਪਟੰਬਰ ਇਨਟੇਕ ਦੇ ਵਿੱਚ ਹੁਣ ਔਰ ਜਨਵਰੀ ਇਨਟੇਕ, ਇਹਨਾਂ ਦੇ ਵਿੱਚ ਪੀਟੀਈ ਨੂੰ ਲੈ ਕੇ ਫਿਊਚਰ ਕੀ ਰਹੇਗਾ। ਔਰ ਸਾਡੇ ਜਿਹੜੇ ਫਰੈਸ਼ ਸਟੂਡੈਂਟਸ ਨੇ ਜਿਨ੍ਹਾਂ ਨੇ ਹੁਣੇ 10+2 ਅਪੀਅਰ ਹੋਏ ਨੇ, ਜਿਨ੍ਹਾਂ ਦੇ ਰਿਜ਼ਲਟ ਦਾ ਇੰਤਜ਼ਾਰ ਹੈ, ਉਹ ਆਇਲਟਸ ਕਰਨ ਜਾਂ ਪੀਟੀਈ ਕਰਨ, ਉਹਨਾਂ ਦੇ ਲਈ ਵੀ ਇੱਕ ਬਹੁਤ ਅੱਛਾ ਸੁਜੈਸ਼ਨ ਹੋ ਸਕਦਾ ਹੈ। ਸਾਡੇ ਨਾਲ ਸਕਾਈਟੈਗ ਇਮੀਗ੍ਰੇਸ਼ਨ ਤੋਂ ਪਵਨਦੀਪ ਸਿੰਘ ਸੰਧੂ ਜੀ ਨੇ, ਸਕਾਈਟੈਗ ਇਮੀਗ੍ਰੇਸ਼ਨ ਤੋਂ ਹੀ ਅਜਿੰਦਰਬੀਰ ਕੌਰ ਗਿੱਲ ਜੀ ਵੀ ਸਾਡੇ ਨਾਲ ਜੁੜਦੇ ਨੇ, ਜਿਹੜੇ ਕਿ CICC ਦੇ ਮੈਂਬਰ ਨੇ ਔਰ ਕੰਪਨੀ ਪੰਜਾਬ ਸਰਕਾਰ ਤੋਂ ਵੀ ਮਨਜ਼ੂਰਸ਼ੁਦਾ ਹੈ, ਔਰ ਅਜਿੰਦਰਬੀਰ ਕੌਰ ਜੀ ਕੈਨੇਡਾ ਦੀ ਸਰਕਾਰ ਤੋਂ ਲਾਇਸੈਂਸ ਨੇ। ਸੋ ਸਕਾਈਟੈਗ ਇਮੀਗ੍ਰੇਸ਼ਨ ਸਰਕਾਰੀ ਕਾਲਜਸ ਵੱਲ ਜ਼ਿਆਦਾ ਕੰਸਨਟਰੇਟ ਕਰਦਾ ਹੈ ਤਾਂ ਕਿ ਸਟੂਡੈਂਟਸ ਦੀ ਫੀਸ ਰੀਜ਼ਨੇਬਲ ਰਹੇ, ਘੱਟ ਰਹੇ ਔਰ ਰਿਸਕ ਬਿਲਕੁਲ ਖਤਮ ਰਹੇ ਕੈਨੇਡਾ ਤੋਂ। ਪਵਨਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਟੱਲਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਵਨਦੀਪ ਜੀ, ਸਭ ਤੋਂ ਪਹਿਲਾਂ ਤਾਂ ਪੀਟੀ ਨੂੰ ਮੈਂ ਚਾਹੂੰਗਾ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਡਿਫਾਈਨ ਕਰੋ, ਪੀਟੀ ਨਾਲ ਫਿਊਚਰ ਸਟੂਡੈਂਟਸ ਦਾ ਕੀ ਹੈ, ਅਤੇ ਫਿਰ ਮੈਨੂੰ ਦੱਸੋ ਕਿ ਸੈਪਟੰਬਰ ਇਨਟੇਕ ਔਰ ਜਨਵਰੀ ਇਨਟੇਕ 'ਚ ਪੀਟੀ ਦੇ ਨਾਲ ਸਟੂਡੈਂਟ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਔਰ ਕਿਹੜੇ ਸਕੋਰ ਬੈਂਡ ਨਾਲ ਅਪਲਾਈ ਕਰਨ। ਦੇਖੋ ਟੱਲਾ ਸਾਹਿਬ, ਤੁਹਾਡਾ ਜਿਹੜਾ ਸਵਾਲ ਹੈ, ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਇਸ ਨੂੰ ਹੌਟ ਟੌਪਿਕ ਹੈ ਮਾਰਕੀਟ ਦੇ ਵਿੱਚ, ਕਿ ਜਿਹੜੇ ਸਟੂਡੈਂਟਸ ਪੀਟੀ ਕਰ ਰਹੇ ਨੇ ਕਿ ਉਹਨਾਂ ਨੂੰ ਆਪਣੀ ਪੀਟੀ ਦੇ ਨਾਲ ਆਪਣਾ ਵੀਜ਼ਾ ਫਾਈਲ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਦੇਖੋ ਡੱਲਾ ਸਾਹਿਬ, ਇਹਦੇ ਵਿੱਚ ਨਾ ਬਹੁਤ ਸਾਰੇ ਫੈਕਟਰਸ ਨੇ। ਜਦੋਂ ਵੀ ਆਪਾਂ ਕੈਨੇਡਾ ਦਾ ਵੀਜ਼ਾ ਆਪਾਂ ਅਪਲਾਈ ਕਰਦੇ ਹਾਂ, ਵੀਜ਼ਾ ਅਫਸਰ ਦੇ ਸਭ ਤੋਂ ਪਹਿਲਾਂ ਇਹ ਚੀਜ਼ ਦੇਖਦੇ ਆ ਕਿ ਤੁਹਾਡਾ ਜਿਹੜਾ ਕੋਰਸ ਹੈ ਤੁਹਾਡਾ ਰੈਲੇਵੈਂਟ ਹੈ ਕੋਰਸ ਜਾਂ ਨਹੀਂ ਰੈਲੇਵੈਂਟ, ਕਿ ਕੱਲ੍ਹ ਨੂੰ ਤੁਸੀਂ ਉਸ ਕੋਰਸ ਨੂੰ ਕਰਨ ਤੋਂ ਬਾਅਦ ਇੰਡੀਆ ਦੇ ਵਿੱਚ ਤੁਸੀਂ ਕਿਹੜੀ ਮਤਲਬ ਚੀਜ਼ਾਂ ਅਚੀਵ ਕਰ ਸਕਦੇ ਹੋ, ਕਿ ਤੁਹਾਨੂੰ ਚੰਗੀ ਜੌਬ ਮਿਲੂਗੀ ਵਾਪਸ ਆ ਕੇ ਇੰਡੀਆ ਦੇ ਵਿੱਚ। ਔਰ ਦੂਸਰੀ ਜਿਹੜੀ ਚੀਜ਼ ਸਭ ਤੋਂ ਮੇਨ ਗੱਲ ਇਹ ਹੁੰਦੀ ਕਿ ਜਿਹੜਾ ਸਟੂਡੈਂਟ ਕੈਨੇਡਾ ਜਾ ਰਿਹਾ ਹੈ ਕਿ ਉਹ ਇੰਗਲਿਸ਼ ਦੇ ਵਿੱਚ ਉੱਥੇ ਪੜ੍ਹਾਈ ਕਰ ਪਾਊਗਾ ਜਾਂ ਨਹੀਂ ਕਰ ਪਾਊਗਾ। ਔਰ ਉਸ ਚੀਜ਼ ਨੂੰ ਪ੍ਰੂਵ ਕਰਨ ਵਾਸਤੇ ਜਿਵੇਂ ਆਪਾਂ ਆਇਲਸ ਦੀ ਗੱਲ ਕਰਦੇ ਹਾਂ ਜਾਂ ਪੀਟੀ ਦੀ ਗੱਲ ਕਰਦੇ ਹਾਂ, ਔਰ ਸਾਰੇ ਬੱਚੇ ਪੀਟੀ ਦਾ ਜਿਹੜੇ ਐਗਜ਼ਾਮ ਦਿੰਦੇ ਨੇ, ਠੀਕ ਹੈ, ਉਹਨਾਂ ਦੇ ਜੋ ਸਪੈਸ਼ਲੀ ਅੱਜ ਕੱਲ੍ਹ ਦਾ ਟਾਈਮ ਹੈ ਹਮੇਸ਼ਾ ਕਨਫਿਊਜ਼ਨ ਬਣੀ ਰਹਿੰਦੀ ਹੈ, ਜਾਂ ਸਾਨੂੰ ਜਿਹੜੀਆਂ ਫੋਨ ਕਾਲਸ ਵੀ ਆਉਂਦੀਆਂ ਨੇ ਕਿ ਸਾਡਾ ਮਈ ਇਨਟੇਕ ਅਸੀਂ ਅਪਲਾਈ ਕੀਤਾ ਸੀ ਜਾਂ ਫਰਵਰੀ 'ਚ ਅਸੀਂ ਫਾਈਲ ਲਾਈ ਸੀ, ਪੀਟੀ ਦੇ ਨਾਲ ਸਾਡਾ ਰਿਜ਼ਲਟ ਕੀ ਹੋ ਸਕਦਾ ਹੈ। ਦੇਖੋ, ਜੇ ਤੁਸੀਂ ਪੀਟੀ ਕੀਤੀ ਹੈ ਤਾਂ ਤੁਹਾਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਗੀ। ਜੇ ਪਿਛਲੇ ਕੁਝ ਟਾਈਮ ਦੇ ਵਿੱਚ ਆਪਾਂ ਦੇਖੀਏ ਤਾਂ ਪੀਟੀ ਦੇ ਨਾਲ ਵੀ ਸਾਡੇ ਰਿਜ਼ਲਟਸ ਆਏ ਨੇ ਔਰ ਵਧੀਆ ਰਿਜ਼ਲਟਸ ਆਏ ਨੇ। ਪਰ ਗੱਲ ਕੀ ਹੁੰਦਾ ਕਿ ਇੱਕ ਅੰਬੈਸੀ ਦਾ ਇੱਕ ਟਰੈਂਡ ਹੁੰਦਾ, ਇੱਕ ਟਾਈਮ ਦੀ ਗੱਲ ਹੁੰਦੀ ਹੈ। ਦੇਖੋ, ਤੁਹਾਨੂੰ ਸਮਝਣਾ ਪਊਗਾ ਕਿਵੇਂ, ਜਦੋਂ ਕਿ ਇੱਕ ਸਟੂਡੈਂਟ ਨੇ ਸਿਰਫ ਆਪਣੀ ਫਾਈਲ ਲਾਉਣੀ ਹੁੰਦੀ, ਉਹਨੂੰ ਸਿਰਫ ਆਪਣੀ ਫਾਈਲ ਤੱਕ ਇੱਕ ਜਜਮੈਂਟ ਹੁੰਦੀ ਹੈ। ਪਰ ਜਿਵੇਂ ਸਾਡੇ ਕੋਲ ਡੇਲੀ ਬੇਸਿਸ 'ਤੇ ਫਾਈਲਸ ਵੱਡੇ ਪੱਧਰ 'ਤੇ ਲੱਗਦੀਆਂ ਨੇ, ਸਾਨੂੰ ਇੱਕ ਅੰਦਾਜ਼ਾ ਹੁੰਦਾ ਰਹਿੰਦਾ ਕਿ ਕਿਹੜੇ ਸਮੈਸਟਰ ਦੇ ਵਿੱਚ ਕਿਸ ਤਰ੍ਹਾਂ ਦੀ ਫਾਈਲਸ ਦੇ ਉੱਤੇ ਵੀਜ਼ਾਜ਼ ਆ ਰਹੇ ਨੇ। ਜੇ ਆਪਾਂ ਪੀਟੀ ਦੀ ਗੱਲ ਕਰੀਏ, ਜੇ ਤੁਸੀਂ +2 ਤੋਂ ਬਾਅਦ ਪੀਟੀ ਦੇ ਨਾਲ ਆਪਣੀ ਫਾਈਲ ਲਾਈ ਹੈ ਤਾਂ ਤੁਸੀਂ ਇਹ ਕੋਸ਼ਿਸ਼ ਕਰੋ ਕਿ ਤੁਹਾਡੀ ਫਾਈਲ ਨਾਟ ਲੈਸ ਦੈਨ 56, ਓਵਰਆਲ 58 ਜਾਂ ਉਸ ਤੋਂ ਵੱਧ ਹੋਣ ਤਾਂ ਤੁਹਾਡੇ ਚਾਂਸਿਸ ਵੱਧ ਨੇ, ਠੀਕ ਹੈ। ਔਰ ਤੁਹਾਡੇ ਜਿਹੜੇ ਕੋਰ ਸਬਜੈਕਟਸ ਨੇ ਤੁਹਾਡੇ, ਉਹਨਾਂ ਦੇ ਵਿੱਚ ਵੀ ਤੁਸੀਂ ਐਟਲੀਸਟ ਸਾਡੇ ਕੋਲ 60% ਮਾਰਕਸ ਤੁਹਾਡੇ ਕੋਲ ਹੋਣ ਔਰ ਪਲੱਸ ਤੁਸੀਂ ਨਾਲ ਪੀਟੀ ਕੀਤੀ ਹੋਈ ਹੈ ਤਾਂ ਤੁਹਾਡੇ ਵੀਜ਼ਾ ਚਾਂਸਿਸ ਆਰ ਵੈਰੀ ਹਾਈ ਕਿ ਤੁਹਾਡਾ ਵੀਜ਼ਾ ਨਿਕਲ ਸਕਦਾ। ਕਿਉਂਕਿ ਜਦੋਂ ਫਾਈਲ ਨੌਨ ਐਸਡੀਐਸ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਫਿਰ ਨਾਲ ਜਿਹੜੇ ਫਾਈਨੈਂਸ਼ੀਅਲਸ ਨੇ ਉਹ ਵੀ ਬੜਾ ਵੱਡਾ ਰੋਲ ਅਦਾ ਕਰਦੇ ਨੇ। ਕਿਉਂਕਿ ਨੋਰਮਲੀ ਕੀ ਹੁੰਦਾ ਕਿ ਬਾਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਲੱਗੀਆਂ ਹੁੰਦੀਆਂ, ਅਤੇ ਜਿਹੜਾ ਕਸੂਰ ਹੈ ਪੀਟੀ ਦਾ ਨਿਕਲ ਜਾਂਦਾ ਜੀ, ਬੱਚੇ ਨੇ ਪੀਟੀ ਕੀਤੀ ਹੋਈ ਸੀਗੀ ਅਤੇ ਉਹਦਾ ਵੀਜ਼ਾ ਨਹੀਂ ਆਇਆ। ਔਰ ਅਸੀਂ ਹੀ ਕੁਛ ਟਾਈਮ ਦੇ ਵਿੱਚ ਪਿਛਲੇ 'ਚ ਆਪਾਂ ਦੇਖੀਏ, ਪੀਟੀ ਦੇ ਨਾਲ ਪਹਿਲਾਂ ਬੱਚੇ ਦੀ ਰਿਫਿਊਜ਼ਲ ਆਈ ਔਰ ਉਸ ਤੋਂ ਬਾਅਦ ਪੀਟੀ ਦੇ ਉੱਤੇ ਹੀ ਅਸੀਂ ਵੀਜ਼ਾਜ਼ ਲਾਏ। ਕਿਉਂ ਲਾਏ? ਜਿਹੜੇ ਫਾਈਨੈਂਸ਼ੀਅਲ ਸੀਗੇ ਬੱਚੇ ਦੇ ਉਹ ਸਹੀ ਤਰੀਕੇ ਨਾਲ ਨਹੀਂ ਸੀ ਲੱਗੇ ਹੋਏ। ਕੁਛ ਟਾਈਮ ਲਿਆ, 2 ਮਹੀਨੇ 3 ਮਹੀਨੇ। ਦੇਖੋ, ਨਾ ਆਪਾਂ ਕਦੀ ਕੋਈ ਫਰੋਡ ਡਾਕੂਮੈਂਟ ਆਪਾਂ ਲੌਂਚ ਕਰਦੇ ਹਾਂ, ਨਾ ਕਿਸੇ ਨੂੰ ਰਿਕਮੈਂਡ ਕਰਦੇ ਹਾਂ। ਡਾਕੂਮੈਂਟਸ ਸਾਡੇ ਆਪਣੇ ਹੀ ਹੁੰਦੇ ਨੇ ਪਰ ਉਹਨੂੰ ਕਈ ਵਾਰ ਸਹੀ ਤਰੀਕੇ ਨਾਲ ਮੈਨੇਜ ਨਹੀਂ ਕੀਤਾ ਗਿਆ ਹੁੰਦਾ। ਡਾਕੂਮੈਂਟਸ ਨੂੰ ਇੰਪਰੂਵ ਕੀਤਾ ਔਰ ਪੀਟੀ ਦੇ ਨਾਲ ਅਸੀਂ ਫਾਈਲ ਲੌਂਚ ਕੀਤੀ ਔਰ ਵੀਜ਼ਾ ਜ਼ਰੂਰ ਆਇਆ ਬੱਚੇ ਦਾ। ਦੇਖੋ, ਸਭ ਤੋਂ ਜ਼ਰੂਰੀ ਗੱਲ ਕੀ ਹੁੰਦੀ ਹੈ ਕਿ ਤੁਹਾਡਾ ਜਿਹੜਾ ਕੰਸਲਟੈਂਟ ਤੁਸੀਂ ਜਿਹੜਾ ਚੂਜ਼ ਕਰ ਰਹੇ ਹੋ, ਉਹਦਾ ਜਿਹੜਾ ਪੁਆਇੰਟ ਆਫ ਵਿਊ, ਉਹਦਾ ਸੋਚਣ ਦਾ ਨਜ਼ਰੀਆ ਜਾਂ ਫਾਈਲ ਲਾਉਣ ਦਾ ਨਜ਼ਰੀਆ ਵੀ ਕਿਤੇ ਇਹ ਤਾਂ ਨਹੀਂਗਾ ਕਿ ਇੱਕ ਕਲਾਇੰਟ ਨੂੰ ਉਹ ਪੈਸਾ ਕਮਾਉਣ ਦਾ ਇੱਕ ਜ਼ਰੀਆ ਸਮਝ ਰਿਹਾ। ਕਿਤੇ ਇਹ ਤਾਂ ਨਹੀਂਗਾ ਕਿ ਹਾਂਜੀ ਤੁਸੀਂ ਇੰਨੇ ਫੰਡ ਸ਼ੋ ਕਰ ਦਿਓ, ਠੀਕ ਹੈ, ਔਰ ਫੰਡ ਸ਼ੋ ਕਰਨ ਦੇ ਅਸੀਂ ਇੰਨੇ ਹਜ਼ਾਰ ਲਵਾਂਗੇ ਔਰ ਤੁਹਾਡੀ ਫਾਈਲ ਲੌਂਚ ਹੋ ਰਹੀ ਹੈ ਔਰ ਐਟ ਦ ਐਂਡ ਆਫ ਦ ਡੇ ਆਪਾਂ ਕਹਿ ਦਿੰਦੇ ਜੀ ਪੀਟੀ ਕੀਤੀ ਸੀ ਬੱਚੇ ਨੇ ਔਰ ਉਹਦੀ ਰਿਫਿਊਜ਼ਲ ਆ ਗਈ। ਕਿਉਂਕਿ ਪੀਟੀ ਹੀ ਇਕੱਲਾ ਰੀਜ਼ਨ ਨਹੀਂ ਹੁੰਦਾ ਰਿਫਿਊਜ਼ਲ ਆਉਣ ਦਾ, ਹੋਰ ਵੀ ਬੜੇ ਕਾਰਨ ਹੁੰਦੇ ਨੇ। ਫਾਈਲ ਦੇ ਵਿੱਚ ਬੜੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਜਿਹਦੇ ਕਰਕੇ ਰਿਫਿਊਜ਼ਲ ਮਿਲਦੀ ਹੈ ਔਰ ਐਟ ਦ ਐਂਡ ਆਫ ਦ ਡੇ ਬੱਚੇ ਨੂੰ ਲੱਗਦਾ ਕਿ ਮੈਂ ਪੀਟੀ ਕੀਤੀ ਸੀਗੀ ਔਰ ਮੇਰਾ ਵੀਜ਼ਾ ਨਹੀਂ ਆਇਆ। ਸਭ ਤੋਂ ਜ਼ਰੂਰੀ ਹੈ
ਕਿ ਤੁਹਾਡਾ ਇੰਸਟੀਚਿਊਟ ਵਧੀਆ ਹੋਵੇ। ਐਟਲੀਸਟ ਤੁਹਾਡਾ ਇੰਸਟੀਚਿਊਟ ਤੁਸੀਂ ਚੂਜ਼ ਕਰੋ ਜਿਹਦੇ ਵਿੱਚ ਪੜ੍ਹਨ ਤੋਂ ਬਾਅਦ ਤੁਹਾਨੂੰ ਕੱਲ੍ਹ ਨੂੰ ਵਰਕ ਪਰਮਿਟ ਮਿਲਣਾ ਹੈ। ਜੇ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਕਨਫਿਊਜ਼ਨ ਹੈ, ਜਿਹੜਾ ਸਕਰੀਨ ਤੇ ਨੰਬਰ ਆ ਰਿਹਾ, ਤੁਸੀਂ ਸਾਨੂੰ ਫੋਨ ਕਰਕੇ ਪੁੱਛ ਲਓ ਕਿ ਭਾਜੀ ਆਹ ਕਾਲਜ ਦੇ ਵਿੱਚ ਸਾਡਾ ਕੰਸਲਟੈਂਟ ਸਾਨੂੰ ਐਡਮਿਸ਼ਨ ਦਵਾ ਰਿਹਾ ਕਿ ਇਸ ਕਾਲਜ ਦੇ ਵਿੱਚ ਪੜ੍ਹਨ ਤੋਂ ਬਾਅਦ ਸਾਨੂੰ ਵਰਕ ਪਰਮਿਟ ਮਿਲੂਗਾ ਜਾਂ ਨਹੀਂ ਮਿਲੂਗਾ। ਤੁਸੀਂ ਆਪ ਗੂਗਲ ਤੇ ਜਾ ਕੇ ਸਰਚ ਵੀ ਕਰ ਸਕਦੇ ਹੋ। ਪਰ ਜੇ ਤੁਹਾਡੇ ਮਨ 'ਚ ਕੋਈ ਵੀ ਕਨਫਿਊਜ਼ਨ ਹੈ, ਵੀ ਆਰ ਜਸਟ ਸਿੰਪਲੀ ਜਸਟ ਵਨ ਕਾਲ ਅਵੇ, ਠੀਕ ਹੈ। ਤੁਹਾਡਾ ਕਾਲਜ ਚੰਗਾ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਕੋਰਸ ਤੁਸੀਂ ਕੀਤਾ ਹੈ, ਜਿੰਨੀ ਤੁਸੀਂ ਵੱਧ ਸਟੱਡੀ ਕੀਤੀ ਹੈ, ਤੁਸੀਂ ਮੰਨ ਲਓ ਗ੍ਰੈਜੂਏਟ ਹੋ ਜਾਂ ਤੁਸੀਂ ਮਾਸਟਰਸ ਕੀਤੀ ਹੋਈ ਹੈ ਜਾਂ ਤੁਸੀਂ MBA ਕੀਤੀ ਹੋਈ ਹੈ, ਉਸ ਤੋਂ ਬਾਅਦ ਜਿਹੜਾ ਕੋਰਸ ਚੂਜ਼ ਕਰਨਾ ਬੜਾ ਹੀ ਟੈਕਨੀਕਲ ਹੁੰਦਾ ਹੈ। ਬੜਾ ਕੁਝ ਦੇਖਣਾ ਪੈਂਦਾ ਹੈ ਕਿ ਜਿਹੜਾ ਆਪਾਂ ਕੋਰਸ ਕਿਹੜੀ ਯੂਨੀਵਰਸਿਟੀ ਆਪਾਂ ਨੂੰ ਜੋ ਵੀ ਆਪਾਂ ਨੂੰ ਆਫਰ ਕਰ ਰਹੀ ਹੈ ਉਹਦਾ ਕੋਰਸ ਕੰਟੈਂਟ ਕੀ ਹੈ। ਕਿ ਜੇ ਤੁਸੀਂ ਮਾਸਟਰਸ ਕੀਤੀ ਹੋਈ ਹੈ, ਉਸ ਤੋਂ ਬਾਅਦ ਜੇ ਤੁਹਾਡਾ ਵਰਕ ਐਕਸਪੀਰੀਅੰਸ ਹੈ, ਕੀ ਹੈ ਉਹ ਵਰਕ ਐਕਸਪੀਰੀਅੰਸ ਦੇ ਅਕੋਰਡਿੰਗ ਜਿਹੜਾ ਤੁਸੀਂ ਕੋਰਸ ਲੈ ਰਹੇ ਹੋ ਕਿ ਤੁਹਾਡੇ ਮਤਲਬ ਕਰੀਅਰ ਦੇ ਵਿੱਚ ਕੋਈ ਪ੍ਰੋਗਰੈਸ ਦਿਖਾ ਰਿਹਾ ਜਾਂ ਨਹੀਂ ਦਿਖਾ ਰਿਹਾ। ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ। ਔਰ ਪੰਜਾਬ 'ਚ ਅਸੀਂ ਇਹ ਦੇਖਿਆ ਕਿਉਂਕਿ ਜ਼ਿਆਦਾਤਰ ਜਿਹੜੇ ਪੰਜਾਬ 'ਚ ਕੰਸਲਟੈਂਟਸ ਨੇ ਉਹਨਾਂ ਦੇ ਕੰਟੈਕਟਸ ਇਨ ਕੈਨੇਡਾ ਬਹੁਤ ਘੱਟ ਹੁੰਦੇ ਨੇ। ਜ਼ਿਆਦਾਤਰ ਕੰਸਲਟੈਂਟਸ ਨੂੰ ਮੌਕਾ ਨਹੀਂ ਮਿਲਦਾ ਕੈਨੇਡਾ ਜਾਣ ਦਾ। ਔਰ ਉਹਨਾਂ ਦੇ ਜਿਹੜੇ ਡਾਇਰੈਕਟ ਟਾਈ-ਅਪਸ ਨੇ ਉਹ ਵੀ ਬਹੁਤ ਘੱਟ ਹੁੰਦੇ ਨੇ ਕਾਲਜਸ ਦੇ ਨਾਲ, ਜਿਹਦੇ ਕਰਕੇ ਜ਼ਿਆਦਾਤਰ ਅਸੀਂ ਦੇਖਿਆ ਕਿ ਬੜੇ ਥੋੜ੍ਹੀਆਂ ਆਪਸ਼ਨਸ ਹੁੰਦੀਆਂ ਨੇ, ਜਿਹਦੇ ਕਰਕੇ ਥੋੜ੍ਹੇ ਕਾਲਜਸ ਹੋਣ ਕਰਕੇ ਥੋੜ੍ਹੇ ਕੋਰਸਿਸ ਉਹਨਾਂ ਕੋਲ ਹੁੰਦੇ ਨੇ। ਔਰ ਉਹੀ 4-5 ਕੋਰਸ ਜਿਹੜੇ ਹੁੰਦੇ ਨੇ ਹਰ ਇੱਕ ਬੱਚੇ ਨੂੰ ਦੇ ਦਿੱਤੇ ਜਾਂਦੇ ਨੇ, ਜਿਹਦੇ ਕਰਕੇ ਤੁਹਾਡੀ ਰਿਫਿਊਜ਼ਲ ਆਉਂਦੀ ਹੈ। ਪਰ ਐਟ ਦ ਐਂਡ ਆਫ ਦ ਡੇ ਕਿਆ ਇਹ ਦਿੱਤਾ ਜਾਂਦਾ ਕਿ ਜੀ PT ਦਾ ਸਕਸੈਸ ਰੇਟ ਬਹੁਤ ਘੱਟ ਸੀਗਾ। ਪਰ ਅਸਲ ਦੇ ਵਿੱਚ ਰੀਜ਼ਨ ਉਹਦੇ ਪਿੱਛੇ ਹੋਰ ਬਹੁਤ ਹੁੰਦੇ ਨੇ, ਜਿਹਦੇ ਕਰਕੇ ਤੁਹਾਡੀ ਰਿਫਿਊਜ਼ਲ ਆਉਂਦੀ ਹੈ। ਇਸ ਕਰਕੇ ਜੇ ਤੁਸੀਂ PT ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਬਿਲਕੁਲ ਤੁਸੀਂ PT ਕਰੋ, ਪਰ ਉਸ ਤੋਂ ਬਾਅਦ ਤੁਹਾਨੂੰ ਇੱਕ ਚੰਗੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਔਰ ਕਿਸੇ ਤਰੀਕੇ ਦੀ ਵੀ ਤੁਹਾਡੀ ਜੇ ਕੋਈ ਕਨਫਿਊਜ਼ਨ ਹੈ, ਕੋਈ ਤੁਸੀਂ ਕਿਸੇ ਤਰੀਕੇ ਦੀ ਵੀ ਕੋਈ ਡਿਸਕਸ਼ਨ ਕਰਨਾ ਚਾਹੁੰਦੇ ਹੋ, ਸਾਨੂੰ ਤੁਸੀਂ ਕਾਲ ਕਰੋ ਜਾਂ ਆਪਣੀ ਪ੍ਰੋਫਾਈਲ ਹੈ ਸੇਮ ਨੰਬਰ 'ਤੇ WhatsApp ਚੱਲਦਾ ਹੈ, ਠੀਕ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਔਰ ਇਹਦੇ ਨਾਲ ਜੇ ਤੁਸੀਂ ਜਲੰਧਰ ਏਰੀਆ ਦੇ ਆਸ-ਪਾਸ ਜਾਂ ਤੁਸੀਂ ਅਬੋਹਰ ਜਾਂ ਫਾਜ਼ਿਲਕਾ ਦੇ ਆਸ-ਪਾਸ ਤੁਸੀਂ ਰਹਿੰਦੇ ਹੋ, ਜੇ ਤੁਸੀਂ IELTS ਕਰਨਾ ਚਾਹੁੰਦੇ ਹੋ ਜਾਂ ਤੁਸੀਂ PT ਕਰਨਾ ਚਾਹੁੰਦੇ ਹੋ, ਸਾਨੂੰ ਤੁਸੀਂ ਕੰਟੈਕਟ ਕਰੋ। ਆਪਾਂ ਤੁਹਾਨੂੰ ਹਰ ਤਰ੍ਹਾਂ ਦੀ ਸਰਵਿਸ ਪ੍ਰੋਵਾਈਡ ਕਰਾਂਗੇ ਔਰ ਤੁਹਾਡਾ ਕੈਨੇਡਾ ਜਾਣ ਦਾ ਜਿਹੜਾ ਸੁਪਨਾ ਉਹਨੂੰ ਪੂਰਾ ਕਰਾਂਗੇ। ਬਹੁਤ ਧੰਨਵਾਦ ਜੀ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸਾਂਝੀ ਕੀਤੀ ਹੈ। ਸਕਰੀਨ ਤੇ ਨੰਬਰ ਹੈ, ਕੋਈ ਵੀ ਕਲੈਰਿਟੀ ਹੈ ਤੇ ਉਹਨੂੰ ਪੂਰੀ ਤਰ੍ਹਾਂ ਨਾਲ ਹਾਸਲ ਕਰੋ। ਥੈਂਕ ਯੂ ਸੋ ਮਚ।